ਜਦੋਂ ਛੋਟੀ ਸੀਗੀ ਇੱਕ ਵੀ ਬੱਚਾ ਨਾਲ ਬਹਿ ਕੇ ਬਹਿੰਦਾ ਨਹੀਂ ਸੀਗਾ। ਸਕੂਲ 'ਚ ਵੀ ਮਾਂ ਪਿਓ ਕਹਿੰਦੇ ਸੀਗੇ ਇਹ ਨਲਾਇਕ ਬੱਚਾ, ਇਹਦੇ ਨਾਲ ਸਾਡੇ ਬੱਚੇ ਨੂੰ ਨਹੀਂ ਬਿਠਾਉਣਾ ਹੈਗਾ। ਤੇ ਗਲੀ ਮਹੱਲੇ 'ਚ ਵੀ ਕੋਈ ਨਹੀਂ ਖੇਡਦਾ ਸੀਗਾ। ਤੇ ਮੈਨੂੰ ਇਹ ਗੱਲ ਸਮਝ ਆ ਗਈ ਸੀਗੀ ਕਿ ਇਹ ਬੱਚਾ ਸਪੈਸ਼ਲ ਹੈਗਾ। ਮੇਰੇ ਕੋਲ ਦੋ ਹੀ ਰਾਸਤੇ ਸੀ, ਸਿਰ ਗੋਡੇ ਦੇ ਕੇ ਘਰ ਅੰਦਰ ਬਹਿ ਜਾ, ਬੱਚੇ ਨੂੰ ਲੁਕੋ ਰੱਖਾਂ, ਕਿਸੇ ਨੂੰ ਪਤਾ ਨਾ ਚੱਲੇ ਮੇਰਾ ਬੱਚਾ ਸਪੈਸ਼ਲ ਹੈ, ਲੁਕੋ ਕੇ ਰੱਖਾਂ, ਜਾਂ ਛਾਤੀ ਤਾਣ ਕੇ ਆਪਣੀ ਕੁੜੀ ਨੂੰ ਹਿੱਕ ਤੇ ਬਿਠਾ ਕੇ ਲੈ ਕੇ ਚੱਲਾਂ। मैं दूसरा रास्ता चुना कि कुड़ी आप अंदर नहीं बना। ये मफिन्स और केक इतने अच्छे बनाती है, अगर ये स्विमिंग में होती तो शायद मैं इसकी बिक्री होती। आने वाली जो वर्ल्ड गेम्स है जो ऑस्ट्रेलिया में होने वाली हैं, सो उसकी हम तैयारियां कर रहे हैं। हम उम्मीद करते हैं दोबारा गोल्ड मेडल लेके आपको दोबारा बुलाएं और आप दोबारा यूँ ही इंटरव्यू हमारा लीजिए। ਸਤਿ ਸ਼੍ਰੀ ਅਕਾਲ ਜੀ, ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਵਿਨਿਤ ਕਪੂਰ। ਖਿਡਾਰੀਆਂ ਦੀ ਗੱਲ ਕਰੀਏ, ਖਿਡਾਰੀ ਜਦੋਂ ਮੈਡਲ ਜਿੱਤਦੇ ਨੇ ਤੇ ਉਹਨਾਂ ਨੂੰ ਬੜੀ ਖਿਆਤੀ ਮਿਲਦੀ ਹੈ, ਉਹਨਾਂ ਦਾ ਬੜਾ ਮਾਨ ਸਨਮਾਨ ਹੁੰਦਾ ਹੈ। ਲੇਕਿਨ ਉਸ ਦੀ ਪ੍ਰੈਕਟਿਸ ਤੋਂ ਲੈ ਕੇ ਖਿਡਾਰੀਆਂ ਦੇ ਮੈਡਲ ਜਿੱਤਣ ਤੱਕ ਦਾ ਜਿਹੜਾ ਸਫ਼ਰ ਹੈ ਉਹ ਖਾਸਾ ਅਹਿਮ ਰਹਿੰਦਾ ਹੈ, ਕਿਉਂਕਿ ਉਸ ਸਫ਼ਰ ਦੀ ਕਹਾਣੀ ਬਿਆਨ ਕਰਦੀ ਹੈ ਕਿ ਕਿੰਨੀ ਮਿਹਨਤ ਲੱਗੀ ਸੀ, ਕਿੰਨਾ ਸੰਘਰਸ਼ ਕਰਨਾ ਪਿਆ ਉਸ ਖਿਡਾਰੀ ਨੂੰ ਮੈਡਲ ਜਿੱਤਣ ਲਈ। ਅੱਜ ਸਾਡੇ ਨਾਲ ਇੱਕ ਖਿਡਾਰੀ ਹੈ ਜਿਸ ਦੀ ਪਹਿਲਾਂ ਤੁਹਾਨੂੰ ਮੈਂ ਤਸਵੀਰ ਵਿਖਾਊਂਗਾ, ਕਿਉਂਕਿ ਅੱਜ ਉਸਦੇ ਗਲੇ ਦੇ ਵਿੱਚ ਕਈ ਮੈਡਲ ਨਜ਼ਰ ਆਉਂਦੇ ਨੇ। ਸਿਲਵਰ ਮੈਡਲ, ਇਸ ਤੋਂ ਇਲਾਵਾ ਟਰੋਫੀ ਹੱਥ ਦੇ ਵਿੱਚ ਹੈ, ਹੋਰ ਕਈ ਮੈਡਲ ਅੱਜ ਇਸ ਖਿਡਾਰੀ ਦੇ ਕੋਲ ਨੇ। ਅੱਜ ਇਸ ਖਿਡਾਰੀ ਨੂੰ ਦੇਸ਼ ਦੇ ਵਿੱਚ ਖਾਸਾ ਰੁਤਬਾ ਵੀ ਮਿਲ ਰਿਹਾ ਹੈ, ਨਾਂ ਔਰ ਮਾਨ ਸਨਮਾਨ ਵੀ ਮਿਲਦਾ ਨਜ਼ਰ ਆ ਰਿਹਾ। ਲੇਕਿਨ ਇਸ ਖਿਡਾਰੀ ਦੀ ਜਿਹੜੀ ਮਿਹਨਤ ਹੈ ਉਹ ਸੁਣਦੇ ਜਿਹੜੇ ਕਹਿ ਸਕਦੇ ਆ ਨਾ ਰੋਂਗਟੇ ਖੜੇ ਹੁੰਦੇ ਆ, ਉਹੀ ਰੋਂਗਟੇ ਖੜੇ ਕਰਨ ਵਾਲੀ ਅੱਜ ਇਸ ਦੀ ਪੂਰੀ ਕਹਾਣੀ ਹੈ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਉਸਦੇ ਮਾਤਾ ਪਿਤਾ ਸਾਡੇ ਨਾਲ ਨੇ, ਕੋਚ ਜਿਹੜੇ ਨੇ ਉਹ ਸਾਡੇ ਨਾਲ ਨੇ। ਪ੍ਰਾਰਥਨਾ ਭਾਟੀਆ ਖਿਡਾਰੀ ਹਾਲ ਹੀ ਦੇ ਵਿੱਚ ਬਰਲਿਨ ਦੇ ਅੰਦਰ ਜਿਹੜਾ ਸਪੈਸ਼ਲ ਓਲੰਪਿਕ ਹੋਇਆ ਸੀ ਉਸ ਦੇ ਵਿੱਚ ਸਿਲਵਰ ਮੈਡਲ ਜਿੱਤ ਕੇ ਇੱਥੇ ਪਹੁੰਚੀ ਹੈ। ਗੱਲਬਾਤ ਕਰਾਂਗੇ। ਪ੍ਰਾਰਥਨਾ, ਵੈਲਕਮ ਕਰਾਂਗੇ ਤੁਹਾਡਾ दैनिक सवेरा न्यूज़ ਦੇ ਵਿੱਚ। ओके, थैंक यू। कैसा लग रहा है? अच्छा लगा, नाइस। कितना एफर्ट लगा? बहुत एफर्ट लगा। डांस तो अच्छा था बट मुश्किल लगा। मुश्किल लगा। सिल्वर जीत के खुश हो? हाँ, सिल्वर। गोल्ड का सपना था? मेरा गोल्ड का सपना था कि मैं गोल्ड मेडल लेके आऊँ। तो मेरा सपना था अगली बार मैं गोल्ड मेडल लेके आऊँगी। नेक्स्ट वीक मैं लेके आऊँगी। नेक्स्ट टाइम कितने टाइम से स्विमिंग कर रहे हो? 16 ईयर्स के। 16 साल से। अपनी एज कितनी है? मेरी 7। यानी एक साल की एज से आपने स्विमिंग शुरू कर दी थी? यस, की थी मैं। ਕੀ ਥੀ। ਚਲੋ ਇਹਨਾਂ ਦੇ ਮਦਰ ਨਾਲ ਗੱਲ ਕਰ ਲੈਂਦੇ ਆ, ਕਿਉਂਕਿ ਕਹਿੰਦੇ ਕੁੜੀਆਂ ਦਾ ਮਾਂ ਨਾਲ ਤੇ ਪਿਓ ਨਾਲ ਜ਼ਿਆਦਾ ਲਗਾਵ ਹੁੰਦਾ ਔਰ ਲਗਾਵ ਨਜ਼ਰ ਆ ਹੀ ਰਿਹਾ ਕਿ ਗਲੇ ਦੇ ਵਿੱਚ ਬ੍ਰੈਸਲੇਟ ਪਾਇਆ ਹੋਇਆ ਔਰ ਉਹ ਬ੍ਰੈਸਲੇਟ ਦੇ ਉੱਪਰ ਧੀ ਦਾ ਨਾਂ ਲਿਖਿਆ ਹੋਇਆ ਪ੍ਰਾਰਥਨਾ। ਉਹ ਵੀ 15 ਸਾਲਾਂ ਤੋਂ ਗਲੇ ਤੇ 15 ਸਾਲ ਹਾਂ 15 ਸਾਲਾਂ ਤੋਂ ਹੈ। ਤੇ ਸਾਡੀ ਦੋਨਾਂ ਦੀ ਬਹੁਤ ਲੜਾਈ ਹੁੰਦੀ ਹੈ। ਇਹ ਕਹਿੰਦੀ ਮੇਰਾ ਹੈਗਾ ਤੇ ਮੈਨੂੰ ਦੇ, ਮੈਂ ਕਿਹਾ ਜਦੋਂ 18 ਸਾਲ ਦੀ ਉਦੋਂ ਨੂੰ ਤੇਰੀ ਤੈਨੂੰ ਚੇਨ ਦਊਂਗੀ। ਇਹ 3 ਜਨਰੇਸ਼ਨ ਇਹਦੇ ਚ ਬੋਲਦੀਆਂ। ਇਹਦੀ ਨਾਨੀ ਨੇ ਦਿੱਤਾ, ਇਹਦੀ ਮਾਂ ਨੇ ਪਾਇਆ, ਇਹ ਬਲੇਸਿੰਗ ਹੁਣ 18 ਸਾਲ ਦੀ ਹੋ ਕੇ ਇਹਦੇ ਗਲੇ ਜਾਣਗੀਆਂ। ਬਿਲਕੁਲ, ਕਿਆ ਇੱਕ ਵੱਡੀ ਸੋਚ ਵੀ ਹੈ। ਤੇ ਕੁੜੀਆਂ ਬਾਰੇ ਕਿਹਾ ਜਾਂਦਾ ਹੈ ਕਿ ਮਾਪਿਓ ਦੀ ਬੜੀ ਲਾਡਲੀਆਂ ਹੁੰਦੀਆਂ ਨੇ ਔਰ ਸਪੈਸ਼ਲ ਚਾਈਲਡ ਜਿਹੜਾ ਹੁੰਦਾ ਉਸ ਨੂੰ ਸਪੈਸ਼ਲ ਕੇਅਰ ਦੀ ਲੋੜ ਹੁੰਦੀ ਹੈ ਔਰ ਸਪੈਸ਼ਲ ਕੇਅਰ ਦੇ ਨਾਲ ਨਾਲ ਖੇਡ ਦੇ ਵਿੱਚ ਉਸ ਦਾ ਰੁਝਾਨ ਬਣਾਉਣਾ, ਖੇਡ ਦੇ ਵਿੱਚ ਉਸ ਨੂੰ ਲਿਆਉਣਾ ਔਰ ਉਸ ਤੋਂ ਬਾਅਦ ਮੈਡਲ ਤੱਕ ਦਾ ਸਫ਼ਰ। ਕਿੰਨੇ ਕੁ ਐਫਰਟ ਲੱਗੇ, ਕਿੰਨਾ ਕੁ ਸੰਘਰਸ਼ ਰਿਹਾ? ਐਫਰਟ ਤਾਂ ਤੁਸੀਂ ਆਹ ਲਾ ਲਓ, ਜਦੋਂ ਛੋਟੀ ਸੀਗੀ ਇੱਕ ਵੀ ਬੱਚਾ ਨਾਲ ਬਹਿ ਕੇ ਬਹਿੰਦਾ ਨਹੀਂ ਸੀਗਾ। ਸਕੂਲ 'ਚ ਵੀ ਮਾਂ ਪਿਓ ਕਹਿੰਦੇ ਸੀਗੇ ਇਹ ਨਲਾਇਕ ਬੱਚਾ, ਇਹਦੇ ਨਾਲ ਸਾਡੇ ਬੱਚੇ ਨੂੰ ਨਹੀਂ ਬਿਠਾਉਣਾ ਹੈਗਾ। ਤੇ ਗਲੀ ਮਹੱਲੇ 'ਚ ਵੀ ਕੋਈ ਨਹੀਂ ਖੇਡਦਾ ਸੀਗਾ। ਤੇ ਮੈਨੂੰ ਇਸ ਗੱਲ ਸਮਝ ਆ ਗਈ ਸੀਗੀ ਕਿ ਇਹ ਬੱਚਾ ਸਪੈਸ਼ਲ ਹੈਗਾ। ਜਦੋਂ 3.5 ਸਾਲ ਦੀ ਸੀ, ਬੋਲਦੀ ਨਹੀਂ ਸੀ, ਲਿਖਦੀ ਨਹੀਂ ਸੀ, ਪੜ੍ਹਦੀ ਨਹੀਂ ਸੀ, ਚੱਲਣਾ ਵੀ ਨਹੀਂ ਆਉਂਦਾ ਸੀ। ਇਹ 5 ਸਾਲ ਤੱਕ ਮਾਂ ਨਹੀਂ ਬੋਲੀ ਸੀ ਜੀ। ਤੇ ਗੱਲ ਕਰਦੇ ਕਰਦੇ ਵੀ ਕਿਉਂਕਿ ਮੈਂ ਇਹ ਜ਼ਿੰਦਗੀ ਜੀ ਹੈ ਤੇ ਸੱਚੀ ਉਹ ਫੀਲਿੰਗਸ ਗਲੇ 'ਚ ਆ ਕੇ ਅਟਕਦੀਆਂ ਹੈਗੀਆਂ ਨੇ। ਤੇ ਬੱਚਾ ਅੱਜ ਤੁਹਾਨੂੰ ਦੇਸ਼ ਦੁਨੀਆ 'ਚ ਲੈ ਕੇ ਜਾ ਰਿਹਾ, ਬੱਚਾ ਨਾਂ ਕਮਾ ਰਿਹਾ ਪੂਰਾ। ਕਹਿੰਦੇ ਨੋਰਮਲ ਤੇ ਸਪੈਸ਼ਲ, ਉਹ ਸਪੈਸ਼ਲ ਬੱਚਾ ਅੱਜ ਬਣਿਆ ਕਿ ਹਾਂ ਸਾਰੇ ਉਸ ਨੂੰ ਜਾਣ ਰਹੇ ਨੇ ਔਰ ਚੈਨਲਾਂ 'ਚ ਇੰਟਰਵਿਊ ਹੋ ਰਹੇ ਆ ਇਸ ਬੱਚੇ ਦੇ। ਇਹ ਸਪੈਸ਼ਲ ਬੱਚਾ ਬਚਪਨ ਤੋਂ ਸਾਰੇ ਇਹਨੂੰ ਕਹਿੰਦੇ ਸੀ, ਸਾਰੇ ਧੱਕੇ ਮਾਰਦੇ ਸੀ, ਕੋਈ ਨਾਲ ਨਹੀਂ ਬਿਠਾਉਂਦਾ ਸੀਗਾ। ਅੱਜ ਉਹ ਬੱਚਾ ਜਦੋਂ ਸੱਚੀ ਇੰਡੀਆ ਦਾ ਸਪੈਸ਼ਲ ਬੱਚਾ ਬਣ ਗਿਆ ਨਾ, ਅੱਜ ਸਾਰੇ ਲਾਗੇ ਹੋ ਕੇ ਨਾ ਫੋਟੋ ਕਰਾਉਂਦੇ ਆ। ਇਹ ਸਾਡੀ ਜਰਨੀ ਹੈਗੀ ਹੈ। ਤੇ ਇਹਨੂੰ ਜੇ ਆਪਾਂ ਕਹੀਏ ਸਪੋਰਟ ਮੋਰਲੀ ਸੋਸ਼ਲੀ ਸੋਸਾਇਟੀ ਤੋਂ
ਕਿਸੇ ਵਾਲਿਆਂ ਵੀ ਕੋਈ ਸਪੋਰਟ ਨਹੀਂ ਸੀਗਾ। ਇਹ 10 ਸਾਲ ਕਾਮਲ ਸਕੂਲ 'ਚ ਪੜ੍ਹੀ ਹੈ, ਸਕੂਲ ਵਾਲਿਆਂ ਨੇ ਬੜੇ ਪਿਆਰ ਨਾਲ ਇਹਨੂੰ ਬੜੇ ਪਿਆਰ ਨਾਲ ਸਨਮਾਨ ਨਾਲ ਰੱਖਿਆ ਆਪਣੇ ਕੋਲੇ। ਬਟ ਇੱਕ ਟਾਈਮ ਆਇਆ ਤੇ ਕਿ ਜਦੋਂ ਸਾਨੂੰ ਉਹਨਾਂ ਨੂੰ ਲੱਗਿਆ ਕਿ ਬੱਚਾ ਬਿਲਕੁਲ ਹੀ ਹੁਣ ਐਗਜ਼ਿਸਟ ਨਹੀਂ ਕਰ ਸਕਦਾ, ਫਿਰ ਇਹਨੂੰ ਆਪਾਂ ਸਪੈਸ਼ਲ ਸਕੂਲ 'ਚ ਭਵਨ 'ਚ ਪਾਇਆ ਤੇ ਉੱਥੇ ਵੀ ਸਾਰੇ ਮੈਡਮਾਂ ਨੇ, ਟੀਚਰਸ ਨੇ, ਨੀਲੂ ਸਰੀਨ ਮੈਡਮ ਨੇ ਬਹੁਤ ਜ਼ਿਆਦਾ ਸਪੋਰਟ ਕੀਤੀ ਤੇ ਨਾਲੇ ਇਹ ਸਮਝਾਇਆ ਕਿ ਜੇ ਬੱਚਾ ਪੜ੍ਹਾਈ 'ਚ ਕੁਝ ਨਹੀਂ ਕਰ ਸਕਦਾ, ਮੈਂ ਸ਼ੀਤਲ ਮੈਡਮ ਨੂੰ ਫੋਨ ਕਰਦੀ ਸੀ ਕਿ ਮੇਰੀ ਕੁੜੀ ਨੂੰ ਕਿਤੋਂ ਲੈ ਜਾਓ, ਕਿੱਥੇ ਤੱਕ ਪਾ ਦਿਓ, ਮੈਂ ਕਦੋਂ ਤੱਕ ਕੰਧਾਂ 'ਚ ਟੱਕਰਾਂ ਮਾਰਾਂ, ਮੈਨੂੰ ਨਹੀਂ ਪਤਾ, ਮੈਂ 16 ਸਾਲ ਦੀ ਕਰਦੀ, ਹੁਣ ਮੈਂ ਕੀ ਕਰਨਾ ਹੈਗਾ। ਤੇ ਫਿਰ ਸ਼ੀਤਲ ਮੈਡਮ ਨੇ ਕਿਹਾ ਕਿ ਤੁਸੀਂ ਇਹਨੂੰ ਸਕੂਲ ਲੈ ਕੇ ਆਓ, ਤੁਸੀਂ ਇਹਨੂੰ ਖੇਡਾਂ 'ਚ ਪਾਓ ਤੇ ਇਹ ਤੇ ਸਰੀਨ ਮੈਡਮ ਫਿਰ ਸਾਡੀ ਆਪਣੀ ਕੁੜੀ ਨੂੰ ਖੇਡਾਂ 'ਚ ਪਾਤਾ ਇਹਨਾਂ ਨੇ ਤੇ ਅੱਜ ਤੁਹਾਡੇ ਸਾਹਮਣੇ ਉਹਦਾ ਰਿਜ਼ਲਟ ਹੈਗਾ ਜੀ। ਮੈਡਲ ਲਈ ਫਿਰਦੀ ਹੈ ਸਾਡੀ ਕੁੜੀ, ਸਿਲਵਰ ਮੈਡਲ। ਕਹਿੰਦਾ 1 ਸਾਲ ਦੀ ਸੀ ਤਾਂ ਹੀ ਸਵਿਮਿੰਗ ਸ਼ੁਰੂ ਕਰ ਦਿੱਤੀ। ਬਿਲਕੁਲ 1 ਸਾਲ ਦੀ ਸੀ ਜੀ। ਇਹਦੇ ਪਾਪਾ ਸਵਿਮਿੰਗ ਕਰਦੇ ਸੀਗੇ ਤੇ ਪੂਲ ਦੇ ਕੋਲੇ ਜਾ ਕੇ ਨਾ, ਮੈਂ ਕੋਲੇ ਹੀ ਖੜੀ ਸੀਗੀ ਤੇ ਇਹਨੇ ਸਾਡੇ ਸਾਹਮਣੇ ਛਲਾਂਗ ਮਾਰਤੀ ਪੂਲ 'ਚ ਤੇ ਉਦੋਂ ਸਾਨੂੰ ਸਮਝ ਆਇਆ ਬੱਚਾ ਸ਼ਾਇਦ ਪਾਣੀ ਨਾਲ ਖੇਡਣਾ ਚਾਹੁੰਦਾ ਹੈ ਤੇ ਇਹਦੇ ਪਾਪਾ ਜਾਂਦੇ ਸੀਗੇ, ਉਹਨਾਂ ਨਾਲ ਲੈ ਕੇ ਜਾਂਦੇ ਸੀਗੇ। 6 ਮਹੀਨੇ ਦੇ ਅੰਦਰ ਅੰਦਰ ਇਹਨੇ ਆਪਣੇ ਪਾਪਾ ਨੂੰ ਪਿੱਛੇ ਛੱਡਤਾ, ਆਪ ਅੱਗੇ ਨਿਕਲ ਗਈ। ਉਦੋਂ ਤੋਂ ਲੈ ਕੇ ਹੁਣ ਤੱਕ 16 ਸਾਲ ਦਾ ਸਫ਼ਰ ਸਾਡਾ ਇੱਦਾਂ ਹੀ ਚੱਲਦਾ ਰਿਹਾ, ਕਿਉਂਕਿ ਸਾਨੂੰ ਨਹੀਂ ਪਤਾ ਸੀਗਾ ਕਿ ਇਹਦੇ 'ਚ ਕੋਈ ਕੈਰੀਅਰ ਵੀ ਬਣ ਸਕਦਾ ਹੈ, ਇਹਦੇ 'ਚ ਕੋਈ ਸਪੋਰਟਸ ਵੀ ਹੁੰਦੀ ਹੈ ਤੇ ਸਾਡਾ ਬੱਚਾ ਇੱਥੋਂ ਤੱਕ ਨੈਸ਼ਨਲ, ਸਟੇਟ ਜਾਂ ਓਲੰਪਿਕ ਤੱਕ ਜਾ ਸਕਦਾ, ਸਾਨੂੰ ਨਹੀਂ ਪਤਾ ਸੀਗਾ। ਸ਼ੁਰੂਆਤੀ ਦੌਰ 'ਚ ਜਦੋਂ ਪਤਾ ਲੱਗਿਆ ਕਿ ਪ੍ਰਾਰਥਨਾ ਸਪੈਸ਼ਲ ਬੱਚਾ ਹੈ ਤਾਂ ਇੱਕ ਸਮਾਂ ਕਿਹੋ ਜਿਹਾ ਫੀਲ ਕਰਦੇ ਸੀ ਔਰ ਅੱਗੇ ਕੀ ਸੋਚਦੇ ਸੀ ਦੇ ਭੁੱਖੀ? ਜੇ ਸੱਚੀ ਗੱਲ ਦੱਸੀਏ ਨਾ, ਕੋਈ ਵੀ ਪੰਜਾਬੀ ਮਾਂ ਜਿਹਦਾ ਵੀ ਬੱਚਾ ਸਪੈਸ਼ਲ ਹੋਏਗਾ, ਜਿਹੜੀਆਂ ਵੀ ਘਰੇ ਅੱਜ ਵੀ ਬੈਠੀਆਂ ਗੋਡੇ 'ਚ ਸਿਰ ਦੇ ਤੇ ਕਰਵਾਉਂਦੀਆਂ। ਮੇਰੇ ਕੋਲ 2 ਹੀ ਰਾਸਤੇ ਸੀ, ਸਿਰ ਗੋਡੇ ਦੇ ਕੇ ਘਰ ਅੰਦਰ ਬਹਿ ਜਾ, ਬੱਚੇ ਨੂੰ ਲੁਕੋ ਰੱਖਾਂ, ਕਿਸੇ ਨੂੰ ਪਤਾ ਨਾ ਚੱਲੇ ਮੇਰਾ ਬੱਚਾ ਸਪੈਸ਼ਲ ਹੈ, ਲੁਕੋ ਕੇ ਰੱਖਾਂ, ਜਾਂ ਛਾਤੀ ਤਾਣ ਕੇ ਆਪਣੀ ਕੁੜੀ ਨੂੰ ਹਿੱਕ ਤੇ ਬਿਠਾ ਕੇ ਲੈ ਕੇ ਚੱਲਾਂ। ਮੈਂ ਦੂਜਾ ਰਾਸਤਾ ਚੁਣਿਆ ਕਿ ਕੁੜੀ ਆਪਾਂ ਅੰਦਰ ਨਹੀਂ ਬਹਿਣਾ, ਮੈਂ ਵੋਕਲ ਬਣੂੰਗੀ, ਤੇਰੇ ਕੋਲ ਜ਼ਬਾਨ ਹੀ ਨਾ, ਮੈਂ ਜ਼ਬਾਨ ਬਣੂੰਗੀ ਤੇਰੀ। ਮੈਂ ਇਹਨੂੰ ਅੱਗੇ ਜਿੱਥੇ ਵੀ ਜਾਣਾ ਉਹਨੂੰ ਅੱਗੇ ਬਿਠਾਣਾ। ਪਹਿਲਾਂ ਮੇਰੀ ਕੁੜੀ ਨੂੰ ਪੁੱਛੋ ਫਿਰ ਮੈਨੂੰ। ਜਿਹੜਾ ਮੇਰੀ ਕੁੜੀ ਦਾ ਮਾਣ ਕਰਦਾ ਸੀ, ਮੈਂ ਉਹਦੇ ਘਰ ਜਾਂਦੀ ਸੀ, ਭਾਵੇਂ ਮਾਸੀ ਦਾ ਘਰ ਸੀ, ਭਾਵੇਂ ਭੂਆ ਦਾ ਘਰ ਸੀ, ਭਾਵੇਂ ਦਾਦੇ ਦਾ, ਭਾਵੇਂ ਨਾਨੇ ਦਾ। ਜਿਹੜਾ ਮੇਰੀ ਕੁੜੀ ਨੂੰ ਮਾਣ ਦੇ ਗਿਆ, ਮੈਂ ਉਹਦੇ ਘਰ 'ਚ ਜੀ ਸੱਦ ਕੇ ਗਈ। ਜਿਹੜੇ ਨਹੀਂ, ਆਪਾਂ ਵੀ ਦੂਰੋਂ ਹੱਥ ਜੋੜਤੇ, ਪਹਿਲਾਂ ਮੇਰੀ ਕੁੜੀ, ਮੈਂ ਬਾਅਦ 'ਚ। ਮੇਰਾ ਮਾਣ ਹੈ ਕੁੜੀ ਮੇਰੀ। ਸਲੂਟ ਹੈ ਤੁਹਾਡੇ ਹੌਸਲਿਆਂ ਨੂੰ ਸਲੂਟ ਹੈ ਸਰ ਜੀ। ਇਹ ਨਹੀਂ ਕਿ ਅੱਜ ਬਰਲਿਨ ਤੋਂ ਇੱਕ ਮੈਡਲ ਲੈ ਕੇ ਆਈ ਹੈ ਤਾਂ 16 ਸਾਲ ਇਹ ਕੁੜੀ ਮੇਰੇ ਸਿਰ ਦਾ ਮਾਣ ਰਹੀ ਹੈ ਜੀ। ਸਾਰੇ ਕਹਿੰਦੇ ਸੀ ਤੂੰ ਇੰਨਾ ਗੁੱਸਾ ਕਰਦੀ ਹੈ ਕੁੜੀ ਨੂੰ, ਇੰਨਾ ਲੜਦੀ ਹੈ, ਇੰਨਾ ਉਹ ਕਰਦੀ ਹੈ। ਮੈਂ ਕਹਿੰਦੀ ਸੀ ਮੇਰਾ ਗੁੱਸਾ, ਲੜਾਈ ਮੇਰੇ ਅੰਦਰ ਦੀ ਹੈ। ਮੈਂ ਆਪਣੀ ਕੁੜੀ ਨੂੰ ਪਿੱਛੇ ਬਹਿਣ ਨਹੀਂ ਦੇਣਾ, ਮੈਂ ਆਪਣੇ ਅੱਗੇ ਇਹਨੂੰ ਬਿਠਾ ਕੇ ਲੈ ਕੇ ਜਾਣਾ ਕਿ ਇਹਨੂੰ ਇਹ ਦੱਸਣਾ ਮੈਂ ਤੇਰੇ ਪਿੱਛੇ ਖੜੀ ਹਾਂ, ਤੂੰ ਡਿੱਗ ਜਿੱਥੇ ਡਿੱਗਣਾ, ਮੈਂ ਤੈਨੂੰ ਚੱਕੂਗੀ। ਇਹ ਹੌਸਲਾ ਇਹਨੂੰ ਇੱਥੋਂ ਤੱਕ ਲੈ ਆਇਆ। ਹਾਂਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਕੀ ਕਹਾਂਗਾ ਜੀ, ਮੈਨੂੰ ਤੇ ਇਹ ਨਹੀਂ ਸਮਝ ਆਉਂਦਾ ਇਹ ਕਿੱਥੋਂ ਚੱਲੀ ਤੇ ਕਿੱਥੇ ਪਹੁੰਚ ਗਈ ਜੀ। ਕਿ ਮੈਂ ਐਸਾ ਬੰਦਾ ਹੈ ਜਿਹੜਾ ਮਤਲਬ ਕਿ ਇਹਨੂੰ ਮਤਲਬ ਕਿ ਕਹਿੰਦਾ ਜੀ ਰਹਿਣ ਦੇ ਆਪਣੀ ਵਾਈਫ ਨੂੰ ਕਹਿੰਦਾ ਰਹਿਣ ਦੇ, ਇਹਨੂੰ ਕਿੱਥੇ ਸਪੋਰਟਸ ਪਾਈ ਜਾਂਦੀ ਹੈ ਕਿ ਇਹਨੂੰ ਆਰਾਮ ਨਾਲ ਘਰ ਰਹਿਣ ਦੇ, ਆਪਣਾ ਖਾਂਦੀ ਪੀਂਦੀ ਹੈ, ਬਾਕੀ ਤਾਂ ਮੈਂ ਬੈਠਾ ਹੀ ਹਾਂ, ਮੈਂ ਆਪਣਾ ਕਰਦਾ ਰਹਾਂਗਾ, ਸਾਰੀ ਉਮਰ ਕਰਦਾ ਰਹਾਂਗੇ, ਇਹ ਦੇਖਦੇ ਹਾਂ ਕੀ ਕਰਨਾ ਫਿਊਚਰ 'ਚ। ਇਹ ਕਹਿੰਦੇ ਨਹੀਂ ਕੁਛ ਮਤਲਬ ਕਿ ਰਾਕੇਸ਼ ਸਰ, ਮੈਂ ਮਤਲਬ ਕਿ ਸ਼ੀਤਲ ਮੈਮ, ਇੱਕ ਏਰੀਆ ਡਾਇਰੈਕਟ ਨੀਲੂ ਮੈਡਮ ਹੈ, ਉਹਨਾਂ ਨੇ ਮੈਂ ਰਸਤਾ ਦਿਖਾਇਆ ਤੇ ਮੈਨੂੰ ਵੀ ਨਹੀਂ ਯਕੀਨ ਆਉਂਦਾ ਕਿ ਇਹ 1.5 ਸਾਲ ਦਾ ਸਫ਼ਰ ਜਿਹੜਾ ਇਹਨਾਂ ਨੇ ਰਸਤਾ ਦਿਖਾਇਆ, ਇਹ 1.5 ਸਾਲ 'ਚੋਂ ਮਤਲਬ ਕਿ ਮਤਲਬ ਕਿ ਕਿੱਥੇ ਵੀ ਨਹੀਂ ਸੀਗੀ ਤੇ ਇਹ ਬਰਲਿਨ ਪਹੁੰਚ ਗਈ ਜੀ ਓਲੰਪਿਕਸ ਖੇਡਣ। ਓਲੰਪਿਕਸ ਮੈਨੂੰ ਲੱਗਦਾ ਕਿ ਬੰਦੇ ਮਤਲਬ ਕਿ 10 ਸਾਲ 15 ਸਾਲ ਮਿਹਨਤ ਕਰਕੇ ਓਲੰਪਿਕਸ ਤੱਕ ਪਹੁੰਚਦੇ ਆ। ਇਹ 1.5 ਸਾਲ ਦੇ ਮਤਲਬ ਕਿ ਇਹਨੇ ਜਿਹੜਾ ਸਫ਼ਰ ਹੈ ਉਹ ਇੱਦਾਂ ਕਵਰ ਕਰ ਲਿਆ। ਮੇ ਵੀ ਲੋਕਾਂ ਦਾ ਸਾਥ ਰਿਹਾ ਤੇ ਇਹਦਾ ਰਸਤਾ ਰੱਬ ਨੇ ਦਿਖਾਉਂਦਾ ਗਿਆ। ਇੱਕ ਸੋਚ ਵੀ ਆ ਜਾਂਦੀ ਹੈ, ਅਸੀਂ ਸੋਚ ਦੀ ਵੀ ਗੱਲ ਕਰ ਲੈਂਦੇ ਹਾਂ। ਕੁਝ ਇਹੋ ਜਿਹੇ ਵੀ, ਮੈਂ ਇਸ ਨੂੰ ਬੈਕਵਰਡ ਸੋਚ ਹੀ ਕਹੂੰਗਾ, ਕੁਝ ਇਹੋ ਜਿਹੇ ਵੀ ਹੁੰਦੇ ਨੇ ਜਿਹੜੇ ਕਹਿੰਦੇ ਨੇ ਕੁੜੀਆਂ ਜਿਹੜੀਆਂ ਘਰ ਦੀ ਦਹਲੀਜ਼ ਤੱਕ ਸੀਮਿਤ ਨੇ, ਬਾਹਰ ਨਾ ਨਿਕਲਣ, ਸੇਫ ਨੇ। ਲੇਕਿਨ ਹੁਣ ਸਮਾਂ ਬਦਲ ਰਿਹਾ। ਕਲਪਨਾ ਚਾਵਲਾ ਤੋਂ ਲੈ ਕੇ ਕਈ ਕੁੜੀਆਂ ਇਹੋ ਜਿਹੀਆਂ ਆਈਆਂ ਨੇ ਜਿਨ੍ਹਾਂ ਨੇ ਆਪਣੇ ਮਾਪਿਆਂ ਦਾ ਤੇ ਨਾਂ ਰੋਸ਼ਨ ਕੀਤਾ, ਦੇਸ਼ ਦਾ ਨਾਂ ਵੀ ਰੋਸ਼ਨ ਕੀਤਾ। ਜਦੋਂ ਤੁਹਾਨੂੰ ਪਤਾ ਲੱਗਿਆ ਕਿ ਬੱਚਾ ਸਪੈਸ਼ਲ ਹੈ ਤੇ ਇਹੋ ਜਿਹੀ ਸੋਚ ਵਾਲੇ ਵੀ ਕਈ ਮਿਲੇ ਹੋਣਗੇ ਤੁਹਾਨੂੰ? ਬਹੁਤ ਮਿਲੇ ਜੀ। ਸਾਰੇ ਕਹਿੰਦੇ ਸੀ ਕਿ ਮਤਲਬ ਕਿ ਇਹਨੂੰ ਮਤਲਬ ਕਿ ਪਤਾ ਕੀ ਲੋਕਾਂ ਨੇ ਕਿਹਾ ਜੀ, ਮੈਂ ਮਤਲਬ ਕਿ ਵਰਡਸ ਯੂਜ਼ ਨਹੀਂ ਕਰਨਾ ਚਾਹੁੰਦਾ। ਕੋਈ ਕਹਿੰਦਾ ਪਾਗਲ ਹੈ, ਕੋਈ ਕਹਿੰਦਾ ਕੁਝ ਹੈ, ਕੋਈ ਕੁਝ ਹੈ। ਅਸੀਂ ਕਿਹਾ ਅਸੀਂ ਕਿਹਾ ਕਿ ਤੂੰ ਆਪਣਾ ਰਸਤਾ ਚਲਦੀ ਚੱਲ, ਤੈਨੂੰ ਜੋ ਚੀਜ਼ ਚਾਹੀਦੀ ਹੈ ਅਸੀਂ ਪ੍ਰੋਵਾਈਡ ਕਰਾਂਗੇ। ਤੂੰ ਮਤਲਬ ਕਿ ਜਦ ਮੈਂ ਇਹ ਸਪੋਰਟਸ ਵੀ ਜਾਣ ਲੱਗੀ ਤਾਂ ਮੈਂ ਆਪਣੀ ਵਾਈਫ ਨੂੰ ਮੈਂ ਸਭ ਤੋਂ ਪਹਿਲਾਂ ਇਹੀ ਕਿਹਾ, ਮੈਂ ਕਿਹਾ ਤੂੰ ਇਹਨੂੰ ਭੇਜ ਤੇ ਰਹੀ ਹੈ, ਇਹ ਕਿੱਥੇ ਮੇਰੀ, ਕਿਉਂਕਿ ਮੈਨੂੰ ਆਈਡੀਆ ਸੀਗਾ ਜਿਹੜਾ ਸਪੋਰਟਸ ਹੈਗਾ ਉਹ ਲੋਕਲ ਬੱਸਾਂ 'ਚ ਜਾਣਾ ਹੈ, ਸਕੂਲਾਂ 'ਚ ਠਹਿਰਦੇ ਹੈ। ਮੈਂ ਕਿਹਾ ਕਿੱਥੇ ਕਰ ਲੇਗੀ, ਇਹ ਕਦੀ ਮੇਰੀ ਰਹੀ ਨਹੀਂ। ਮੈਂ ਏਸੀ ਬੰਦ ਕਰ ਦੋ ਤੇ ਉੱਠ ਕੇ ਬਹਿ ਜਾਂਦੀ ਹੈ ਕਿ ਕਿੱਥੋਂ ਕੱਢੇਗੀ ਮਤਲਬ ਕਿ ਇੱਦਾਂ। ਬਟ ਮੈਂ ਹੈਰਾਨ ਹੋ ਗਿਆ ਮਤਲਬ ਕਿ ਜਦ ਮਤਲਬ ਕਿ ਮੈਂ ਫੈਸਿਲਿਟੀਜ਼ ਗਵਰਨਮੈਂਟ ਦੇ ਦੇਖੀਆਂ ਕਿ ਮੈਨੂੰ ਲੱਗਦਾ ਨਹੀਂ ਮਤਲਬ ਕਿ ਨੀਲੂ ਮੈਡਮ ਨੇ ਕਦੀ ਇਹਨੂੰ ਮਤਲਬ ਕਿ ਕੁਝ ਕੰਪਰੋਮਾਈਜ਼ ਕਰਨ ਦਿੱਤਾ।
ਕਿ ਜਿੱਦਾਂ ਮੈਂ ਰੱਖਦਾ ਉਸ ਤੋਂ ਵਧੀਆ ਹੀ ਰੱਖਿਆ ਉਹਨਾਂ, ਘੱਟ ਨਹੀਂ ਰੱਖਿਆ ਜੀ। ਹਾਂਜੀ, ਤੁਸੀਂ ਕੀ ਕਰ ਰਹੇ ਸੀ? ਇਹਨੇ ਜਦੋਂ ਪਹਿਲੀ ਵਾਰੀ ਕੈਂਪ ਤੇ ਜਾਣਾ ਸੀਗਾ ਤੇ ਮੈਨੂੰ ਰਾਤ ਨੂੰ 103 ਬੁਖਾਰ ਹੋ ਗਿਆ। ਮੈਨੂੰ ਇਹ ਆਪਣੇ ਅੰਦਰ ਹੀ ਲੜਾਈ ਹੋ ਰਹੀ ਸੀ ਕਿ ਸੱਚੇ ਬੱਚੇ ਨੂੰ ਜਾਨ ਦੇਵਾਂ, ਕਿਉਂਕਿ ਇੰਨੀਆਂ ਦੁਰਘਟਨਾਵਾਂ ਕੁੜੀਆਂ ਨਾਲ ਹੁੰਦੀਆਂ, ਜਵਾਨ ਬੱਚੇ ਹੈਗੇ ਨੇ, ਸਪੈਸ਼ਲ ਹੈਗੇ ਨੇ, ਤੇ ਰੱਬ ਨਾ ਕਰੇ ਕੱਲ ਕੁਝ ਹੋ ਗਿਆ ਤਾਂ ਕੱਲ ਕੁਝ ਹੋ ਗਿਆ ਤਾਂ। ਫਿਰ ਮੈਂ ਬਸ ਮੰਦਰ 'ਚ ਬਹਿ ਕੇ ਰੱਬ ਨੂੰ ਅਰਦਾਸ ਕੀਤੀ, ਰੱਬਾ ਤੇਰਾ ਨਾਂ ਲੈ ਕੇ ਕੁੜੀ ਨੂੰ ਭੇਜ ਰਹੀ ਹਾਂ, ਤੂੰ ਜਾਣੇ, ਤੇਰਾ ਬੱਚਾ ਹੈ, ਮੇਰਾ ਤਾਂ ਬਾਅਦ 'ਚ ਹੈਗਾ, ਰੱਬਾ ਹੁਣ ਤੂੰ ਹੀ ਰੱਖ ਹੈ ਤਾਂ। ਤੇ ਜਦੋਂ ਇਹ ਕੁੜੀ ਸ਼ੀਤਲ ਮੈਡਮ ਨਾਲ ਵਾਪਸ ਆਈ ਗੱਡੀ 'ਚੋਂ, ਮੈਂ ਦੂਰੋਂ ਇਹਦੀ ਸ਼ਕਲ ਦੇਖੀ, ਕਿਉਂਕਿ ਬੱਚੇ ਬੋਲਣ 'ਚ ਘੱਟ ਐਕਸਪ੍ਰੈਸ ਕਰਦੇ ਆ, ਮਾਵਾਂ ਹੀ ਇਹਨਾਂ ਦੀ ਬੋਲੀ ਹੁੰਦੀ ਹੈ। ਜਦੋਂ ਗੱਡੀ 'ਚ ਉਤਰੀ ਨਾ, ਮੈਂ ਇਹਨੂੰ ਪੁੱਛਿਆ ਨਹੀਂ ਕਿ ਕਿੱਦਾਂ ਹੈ ਤੂੰ, ਕਿੱਦਾਂ ਨਹੀਂ, ਇਹਦੀ ਸ਼ਕਲ ਦੇਖ ਲਈ, ਇਹ ਉੱਡਦੀ ਪਈ ਸੀ। ਮੈਂ ਕਿਹਾ ਬਸ ਹੁਣ ਅੱਜ ਤੋਂ ਬਾਅਦ ਤੂੰ ਘਰ ਨਹੀਂ ਰਹਿਣਾ, ਅੱਜ ਤੋਂ ਬਾਅਦ ਤੂੰ ਸ਼ੀਤਲ ਮੈਡਮ ਦੇ ਨਾਲ ਜਾ ਜਿੱਥੇ ਜਾਣਾ। ਇਹ ਦੇਖੋ ਜਰਮਨੀ ਪਹੁੰਚ ਗਈ ਹੈ ਤਾਂ ਇੰਡੀਆ ਨੂੰ ਤਾਂ ਛੱਡੋ। ਸਵਿੰਗ ਕਰਨਾ ਅੱਛਾ ਲੱਗਦਾ? ਕਿੰਨੇ ਘੰਟੇ ਪ੍ਰੈਕਟਿਸ ਕਰਦੇ ਹੋ? 1 घंटा सुबह शाम। डेली यानी 2 घंटे? यस। इस तो अलावा की अच्छा लगता है? क्या क्या करते हो जिम बताओ? जिम में स्विमिंग, एक्सरसाइज करती हूँ, योगा करती हूँ, ट्रेडमिल, जिम भी किया था हमने वहाँ होस्ट डाउन प्रोग्राम में, डांस भी करते हैं, कल्चरल भी रिप्रेजेंट किया था। गाना आता है? अभी तो नहीं। गाना नहीं आता? सिंगिंग का शौक है? नहीं आपका फेवरेट? रीडिंग का शौक है? बुक्स पढ़ने का शौक है? नहीं मेरे को शौक पढ़ाई का? कुकिंग कुकिंग में क्या बना लेते हो? मफिन केक और कॉफ़ी केक, ओरियो केक, बेकिंग केक्स, चपाती होलसेल। आपके बर्थडे पे आपके हाथ का केक खाएंगे हम। ये बहुत अच्छा बनाती है। इसका फेवरेट है ये मफिन्स और केक, इतने अच्छा बनाती है। अगर ये स्विमिंग में ना होती तो शायद मैं इसकी बेकरी खोलती। चलो कोच नाल भी गल कर लेना, क्योंकि इस मैडल की कहानी जिन्नी मापियों ते संघर्ष की कहानी है, उन्नी कोच के भी संघर्ष की कहानी है। किन्ने को एफर्ट लगे थोड़े भी, क्योंकि कहते कि कोच भी अहम रहिंदा, मापियों तो बाद सिक्ख्या देने दे विच सब तो ज़्यादा हथ कोच का भी रहिंदा। जैसे कि मैम ने बोला, मैं भी यही चीज़ मानती हूँ कि फर्स्ट जो गुरु है वो पेरेंट्स ही है। इस यहाँ तक आने में मेरे पेरेंट्स भी मेरी गुरु, जो कह सकते हैं कि मुझे लाने वाले भी यहाँ तक जो मैं पहुँची हूँ एज अ कोच, वो अपने पेरेंट्स की वजह से पहुँची। और बात करते हैं प्रार्थना की, तो प्रार्थना जो है अपने पेरेंट्स के सपोर्ट से यहाँ तक आई थी। और एक अगर हम वर्ल्ड गेम्स की बात करें तो ये सिर्फ एक नॉर्मल हम कहते हैं खेल के आई है, वैसा नहीं है, क्योंकि वर्ल्ड गेम्स के लिए आपको बहुत सारी चीज़ें फेस करनी पड़ती हैं। मानिए आप 2 साल पहले हमने पहला फर्स्ट जो इनका कैंप था, जो यहाँ पहले ये चंडीगढ़ में स्टेट लेवल पे इन्होंने पार्टिसिपेट करा, स्टेट में इनका मेडल आया, फिर इनकी सिलेक्शन हुई नेशनल्स में। ये फर्स्ट नेशनल मांडिया गए थे लगाने के लिए, वहाँ प्रार्थना को प्रूव करना पड़ा अपने आप को। उसके बाद फिर इनके 5 जो हैं वो वर्ल्ड गेम्स के कैंप्स लगे, उसमें भी सिलेक्शंस थी। ऐसा नहीं था कि फाइनली है कि सिलेक्शन हो जाएगी या नहीं, तो भी एक झिझक सी रहती थी कि प्रार्थना कर, हम पीछे से टाइम नोट करते थे, अच्छा इतने में कर रही है, कहीं फास्ट ना कर ले, कहीं स्लो ना कर जाए, क्योंकि चंडीगढ़ से सिर्फ एक प्रार्थना ही थी जो रिप्रेजेंट करने वाली थी। और जब तक कैंप्स में प्रोबेबल में ही थी ये, तो हमें जब आफ्टर 5 कोचिंग कैंप्स के बाद जब हमें लेटर आई थ्रू माध्यम नीलू मैम से, जो एरिया डायरेक्टर है स्पेशल ओलंपिक भारत के, कि फाइनली प्रार्थना भाटिया एज अ एथलीट और मेरी एज अ कोच सिलेक्शन हुई है, तो वो एक क्लाउड 9 मूवमेंट था। कि हारना जीतना तो एक अलग बात है, लेकिन जो इसकी मेहनत थी, जो इसने कैंपों के थ्रू जो हमने ट्रैवलिंग करी, आप मान के चलिए 20-20 दिन कैंप्स लगते थे, तो दिन रात ट्रैवलिंग में भी निकलते थे। कई ट्रेन हमने गुजरात में करी, राजधानी में ट्रैवलिंग करी, फिर हमने फ़्लाइट्स ट्रैवलिंग करी। तो ऐसा नहीं है कि मतलब ये एक आसान जर्नी नहीं। किन्ने को खिडारी ओवरऑल जे खिडारियां दी गल करिए, किन्ने को खिडारी स्पैशल ओलंपिक दे विच हिस्सा लैण आंदे हैं और किन्नियां गेमां जिहड़ियां ने हजे तक अप्रूव हो चुकी हैं? सर 198 जो अभी डेलीगेशन गया था वो 198 एथलीट्स का गया था, जिसमें से 202 मेडल्स आए हैं इंडिया की झोली में। और प्रार्थना जो है हमारी चंडीगढ़ चैप्टर से जीती है सिल्वर मेडल, 4x2500 मीटर रिले रेस में इसका सिल्वर मेडल आया है। और आगे हम नेक्स्ट उसमें उम्मीद करते हैं कि आने वाले उसमें हम चंडीगढ़ से और एथलीट्स प्रिपेयर करें। और एथलीट्स भी हमारे प्रिपेयर हुए थे, काफ़ी बच्चों की सिलेक्शन हुई थी, प्रोबेबल्स के लिए हेमंत गुप्ता ग्रिड से काफ़ी लोगों की प्रिपरेशन हुई थी, बट कोविड का टाइम था, फाइनल सिलेक्शन प्रार्थना की हुई थी, वो भी हमारे लिए एक गौरव की बात थी। कहीं ना कहीं निराशा थी पहले कि एक ही बच्चा है, क्योंकि हर एक स्टेट से बहुत सारे बच्चे जा रहे थे, लेकिन हमारे स्टेट से एक था। हमें ये था कि चलो ना से कम एक बच्चा तो है जो चंडीगढ़ को रिप्रेजेंट कर रहा है। और स्पेशल थैंक्स देंगे हम स्पोर्ट्स डिपार्टमेंट का, पेरेंट्स का, क्योंकि ये कंबाइन एफर्ट है। और फीमेल की बात करते हैं तो हाइजीन पे बहुत वर्क करना पड़ता है एज अ कोच, क्योंकि देखिए पीरियड्स की प्रॉब्लम होती है, वो सारी चीज़ें होती है फीमेल एथलीट्स के साथ, मेडिकल इश्यूज़ देखने पड़ते हैं, हेल्थ इश्यूज़ देखने पड़ते हैं कि क्या क्या इश्यूज़ हैं या नहीं। सो वो सारी चीज़ें देख के सब कुछ कंबाइन एफर्ट से, टीम एफर्ट से आज जो मेडल आया ये सबकी झोली में डाला प्रार्थना ने। एक आखिरी सवाल, कुड़ी दा हुण गोल्ड दा सुपना है, सिल्वर ले आई है,
ਹੁਣ ਕਹਿੰਦੀ 골ਡ ਲੈ ਕੇ ਆਣਾ ਹੈ। उसके लिए हम आप इसको आगे प्रिपेयर कर रहे हैं कि आने वाली जो वर्ल्ड गेम्स है जो ऑस्ट्रेलिया में होने वाली हैं, सो उसकी हम तैयारियां कर रहे हैं। हम उम्मीद करते हैं दोबारा गोल्ड मेडल लेके आपको दोबारा बुलाएं और आप दोबारा यूं ही इंटरव्यू हमारा लीजिए। ਅਸੀਂ ਵੀ ਬਿਲਕੁਲ ਇਹੀ ਕਾਮਨਾ ਕਰਦੇ ਹਾਂ, ਆਹੀ ਸਾਡੀ ਰਹੇਗੀ ਕਿ ਆ ਕੁੜੀ ਜਿਹੜੀ ਹੈ 골ਡ ਲੈ ਕੇ ਆਏ, ਦੇਸ਼ ਦਾ ਨਾਂ ਰੋਸ਼ਨ ਕਰੇ, ਕਿਉਂਕਿ ਜਿਸ ਢੰਗ ਦਾ ਇਹਦਾ ਸੰਘਰਸ਼ ਹੈ ਉਹ ਸੰਘਰਸ਼ ਆਪਣੇ ਆਪ ਬਿਆਨ ਕਰਦਾ ਹੈ ਕਿ ਇਹਦੀ ਸਕਸੈਸ ਦੀ ਕਹਾਣੀ ਜਿਹੜੀ ਹੈ ਉਹ ਕਿੰਨੀ ਕੁ ਸਕਸੈਸਫੁਲ ਰਹੂਗੀ। ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ, ਦੈਨਿਕ ਸਵੇਰਾ ਟੀਵੀ, ਚੰਡੀਗੜ੍ਹ।